सतनाम श्री वाहिगुरु साहिब जीओ। सतनाम श्री वाहिगुरु वाहिगुरु साहिब जीओ। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। जेता जियो पिंड सब तेरा तू अंतर जामी पुरख भगवान। दासन दास कह जन नानक जेहा तू कराए तेहा हों करी वखियान। सतनाम श्री वाहिगुरु साहिब जीओ। श्री राग महला पंजवा। मेरा तन आर धन मेरा राज रूप मैं देश। सुत दारा बनता अनेक बहुत रंग अर वेश। हर नाम हृदय न वसई कारज कितै ना लेख। मेरे मन हर हर नाम ध्याए कर संगत नित साध की। गुर चरणी चित लाए रहाओ नाम निधान ध्याई है मस्तक होवै भाग। कारज सब सवारियै गुर की चरणी लाग। हौं मैं रोग भ्रम कटियै ना आवै ना जाग। कर संगत तू साध की 68 तीरथ नाओ। जियो प्राण मन तन हरे साचा एह सुभाओ। एथै मिलै वड्याइयां दरगह पावह थाओ। करे कराए आप प्रभ सब किश तिस ही हाथ। मारे आप जीवाल दा अंतर बाहर साथ। नानक प्रभ शरणागति सर्ब कटा के नाथ। वाहिगुरु जी का खालसा वाहिगुरु जी की फतेह। हाजरा हजूर जुगो जुग अटल चबर छतर तख्त दे मालिक साहिब धन धन श्री गुरु ग्रंथ साहिब महाराज जी दी कोटान कोटान रहमत अकाल पुरख वाहिगुरु जी दी बख्शिश है जो हर रोज़ की तरह लड़ीवार गुरबाणी विचार साहिब धन धन श्री गुरु ग्रंथ साहिब जी महाराज जी दी लैके आप जी के सन्मुख फेसबुक लाइव आडियो दे राही ते व्हाट्सएप ग्रुप ग्लोबल गुरबाणी विचार दे राही रोजाना ही हाज़र होने आ, जिस विच हुण तक श्री राग दे 84 नंबर शब्द तक विचार कर चुके हैं।
ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 85 ਨੰਬਰ ਸ਼ਬਦ ਹੈ, 85 ਨੰਬਰ ਸ਼ਬਦ ਹੈ ਸ਼੍ਰੀ ਰਾਗ ਦਾ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੰਨਾ ਨੰਬਰ 47 ਤੋਂ ਲੈ ਕੇ 47 ਤੋਂ ਲੈ ਕੇ 48 48 ਤੱਕ ਸੁਭਾਇਮਾਨ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਡਾ ਮਾਰਗਦਰਸ਼ਨ ਕੀਤਾ ਹੈ, ਸਾਨੂੰ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਣ ਦਾ ਯਤਨ ਕੀਤਾ ਹੈ। ਕਿਉਂਕਿ ਮਨੁੱਖ ਦੇ ਵਿੱਚ ਅਵਗੁਣ ਬਹੁਤ ਵੱਡੇ ਪੱਧਰ ਤੇ ਐਕਟੀਵੇਟ ਨੇ। ਇਹਨੂੰ ਅਵਗੁਣ ਸਿੱਖਣ ਵਾਸਤੇ ਕੋਈ ਕਲਾਸਾਂ ਨਹੀਂ ਲਾਉਣੀਆਂ ਪਈਆਂ, ਇਹਨੂੰ ਅਵਗੁਣ ਸਿੱਖਣ ਵਾਸਤੇ ਕੋਈ ਟਿਊਸ਼ਨ ਨਹੀਂ ਲੈਣੀ ਪਈ। ਬਸ ਸੰਗਤ ਕਰਦਾ ਗਿਆ ਅਵਗੁਣ ਯਾਰੀ ਲੋਕਾਂ ਦੀ, ਤੇ ਅਵਗੁਣ ਇਹਦੇ ਵਿੱਚ ਤਬਦੀਲ ਹੁੰਦੇ ਗਏ। ਕਿਉਂਕਿ ਸੰਸਾਰ ਦੀ ਬਹੁਤਾਤ ਜਿਹੜੀ ਖੇਡ ਆ ਨਾ, ਜੋ ਸੰਸਾਰ ਦਾ ਨਜ਼ਰੀਆ ਹੈ, ਉਹ ਝੂਠ ਤੇ ਖਲੋਤਾ ਹੈ। ਹੁਣ ਇਹਦੇ ਵਿੱਚ ਸੱਚ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੱਚ ਸਦੀਵੀ ਹੈ, ਝੂਠ ਇੱਕ ਨਕਾਬ ਹੈ, ਪਰ ਤਮਾਮ ਦੁਨੀਆ ਇਸ ਝੂਠ ਦੇ ਨਕਾਬ ਦੇ ਅਧੀਨ ਜੀਣਾ ਪਸੰਦ ਕਰਦੀ ਹੈ। ਇਸੇ ਕਰਕੇ ਵੱਡੇ ਪੱਧਰ ਉੱਤੇ ਮਨੁੱਖ ਦੇ ਅੰਦਰ ਅਵਗੁਣ ਐਕਟੀਵੇਟ ਨੇ। ਇਹਨੂੰ ਕ੍ਰੋਧ ਸਿੱਖਣ ਵਾਸਤੇ ਕਿਸੇ ਕੋਲੋਂ ਯੂਨੀਵਰਸਿਟੀ 'ਚ ਜਾ ਕੇ ਕਲਾਸਾਂ ਥੋੜ੍ਹੀ ਲੈਣੀਆਂ ਪਈਆਂ ਨੇ ਕਿ ਕ੍ਰੋਧ ਕਿਵੇਂ ਕਰਨਾ ਹੈ, ਕਾਮ ਕਿਵੇਂ ਕਰਨਾ ਹੈ, ਲੋਭ ਕਿਵੇਂ ਕਰਨਾ ਹੈ, ਅਹੰਕਾਰ ਕਿਵੇਂ ਕਰਨਾ ਹੈ। ਇਹ ਮਨੁੱਖ ਦੇ ਅੰਦਰ ਅਵਗੁਣ ਪ੍ਰਬਲ ਨੇ। ਪਰ ਕਮਾਲ ਦੀ ਗੱਲ ਇਹ, ਗੁਣ ਸਿਖਾਉਣ ਵਾਸਤੇ ਇਹਨੂੰ ਗੁਰਮਤਿ ਦੀਆਂ ਕਲਾਸਾਂ ਦੇਣੀਆਂ ਪੈਂਦੀਆਂ ਨੇ। 1430 ਅੰਗ ਸਤਿਗੁਰੂ ਜੀ ਨੇ ਇਸੇ ਪ੍ਰਥਾਏ ਲਿਖੇ ਨੇ ਕਿ ਇਹਦੇ ਵਿੱਚ ਗੁਣ ਆ ਜਾਣ। ਗੁਣ ਵੀ ਕਿਹਦੇ? ਇੱਕ ਅਕਾਲ ਪੁਰਖ ਦੇ, ਪਰਿਪੂਰਨ ਪ੍ਰਮਾਤਮਾ ਦੇ। ਇਹਨੂੰ ਬਾਰ-ਬਾਰ ਰਿਅਲਾਈਜ਼ ਕਰਵਾਇਆ, ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਤੂੰ ਇਕੱਲਾ ਨਹੀਂ ਹੈ, ਤੇਰੇ ਨਾਲ ਸਦਾ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ। ਪਰ ਮਨੁੱਖ ਦਾ ਸੁਭਾਅ ਤੇ ਮਨੁੱਖ ਦੀ ਫਿਤਰਤ ਹੈ, ਇਸ ਸੰਸਾਰ ਦੀ ਮੁਤਾਜੀ ਕਰਦਾ ਹੈ, ਸੰਸਾਰ ਦੀ ਗੁਲਾਮੀ ਕਰਦਾ ਹੈ, ਜਾਂ ਇੰਜ ਕਹਿ ਲਓ ਕਿ ਇਹਦੇ ਅੰਦਰ ਇਸ ਤਰੀਕੇ ਦੇ ਨਾਲ ਇਹ ਕੁੱਟ-ਕੁੱਟ ਕੇ ਗੱਲ ਭਰ ਚੁੱਕੀ ਹੈ ਕਿ ਇਹ ਸੰਸਾਰ ਦਾ ਹੀ ਅਧੀਨਗੀ ਕਬੂਲ ਕਰਦਾ ਹੈ, ਪ੍ਰਮਾਤਮਾ ਦੀ ਨਹੀਂ। ਆ ਜਿੰਨਾ ਪਖੰਡਵਾਦ, ਜਿੰਨਾ ਡੇਰਾਵਾਦ, ਜਿੰਨਾ ਅੱਜ ਪ੍ਰਫੁੱਲਤ ਆ ਨਾ, ਇਹਦਾ ਇਹੀ ਕਾਰਨ ਹੈ ਕਿ ਮਨੁੱਖ ਦੇ ਅੰਦਰ ਆਪਸ ਦੇ ਵਿੱਚ ਸ਼ਾਂਤੀ ਨਹੀਂ ਹੈ, ਸਹਿਜ ਨਹੀਂ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ, ਇਹੋ ਜਿਹੇ ਡੇਰੇਦਾਰਾਂ ਦੇ ਲੋਕੀ ਪੈਰੀਂ ਪੈ ਰਹੇ ਨੇ ਜਿਨ੍ਹਾਂ ਕੋਲ ਆਪ ਗੁਰਬਾਣੀ ਦੀ ਈੜੀ ਇਲ ਬਾਰੇ ਵੀ ਪਤਾ ਨਹੀਂ, ਜਿਨ੍ਹਾਂ ਨੂੰ ਗੁਰਮਤ ਬਾਰੇ ਕੋਈ ਸੋਝ ਹੀ ਨਹੀਂ, ਕੋਈ ਸਮਝ ਹੀ ਨਹੀਂ। ਤੇ ਤਮਾਮ ਲੋਕੀ ਉਹਨਾਂ ਡੇਰੇਦਾਰ ਪਖੰਡਾਂ ਦੇ ਪੈਰਾਂ ਦੇ ਵਿੱਚ ਪੈ ਰਹੇ ਨੇ। ਸਮਝਦਾਰ ਲੋਕ, ਸਿਆਣੇ ਬਿਆਣੇ, ਪੜ੍ਹੇ ਲਿਖੇ। ਕਿਉਂਕਿ ਧਰਮ ਇੱਕ ਉਹ ਧੰਦਾ ਹੈ ਜੋ ਲੋਕਾਂ ਨੂੰ ਇਮੋਸ਼ਨਲੀ ਤੌਰ ਤੇ ਬਲੈਕਮੇਲ ਕਰਕੇ ਕੀਤਾ ਜਾਂਦਾ ਹੈ। ਧਰਮ ਇੱਕ ਉਹ ਧੰਦਾ ਹੈ ਜਿਹਦੇ ਉੱਤੇ ਮਨੁੱਖ ਕੁਐਸਚਨ ਕਰਨ ਲੱਗਿਆਂ 100 ਵਾਰੀ ਸੋਚਦਾ ਹੈ। ਤੁਸੀਂ ਕਿਸੇ ਦੁਕਾਨਦਾਰ ਕੋਲ ਜਾ ਕੇ ਤੇ ਕੁਐਸਚਨ ਕਰ ਸਕਦੇ ਆ, ਪਰ ਧਰਮ ਦੀ ਦੁਨੀਆ ਦੇ ਵਿੱਚ ਕਦੀ ਕਿਸੇ ਨੂੰ ਕੁਐਸਚਨ ਕਰਨਾ ਨਹੀਂ ਅਸੀਂ ਪਸੰਦ ਕਰਦੇ। ਇਸੇ ਕਰਕੇ ਇਹ ਧਰਮ ਦੀ ਦੁਨੀਆ ਵਿੱਚ ਇਹ ਮਾਇਆ ਦਾ ਧੰਦਾ, ਗੋਰਖ ਧੰਦਾ ਇੰਨਾ ਪ੍ਰਫੁੱਲਤ ਹੋ ਚੁੱਕਿਆ ਹੈ ਕਿ ਧਰਮ ਦੇ ਨਾਂ ਤੇ ਹੀ ਵੰਡੀਆਂ ਨੇ, ਧਰਮ ਦੇ ਨਾਂ ਤੇ ਹੀ ਇੱਕ ਦੂਸਰੇ ਨੂੰ ਨੀਵਾਂ ਠਹਿਰਾਇਆ ਜਾ ਰਿਹਾ ਹੈ। ਧਰਮ ਇੱਕ ਐਸਾ ਟੂਲ ਹੈ ਜਾਂ ਐਸਾ ਹਥਿਆਰ ਹੈ ਕਿ ਵੱਡੇ ਤੋਂ ਵੱਡੇ ਦੇਸ਼ ਦੇ ਵਿੱਚ ਤਰਥੱਲੀ ਮਚਾਈ ਜਾ ਸਕਦੀ ਹੈ। ਕਦੀ ਆਰਥਿਕ ਤੌਰ ਤੇ ਮਨੁੱਖ ਦੀਆਂ ਲੜਾਈਆਂ ਨਹੀਂ ਇੰਨੀਆਂ ਜਿੰਨੀਆਂ ਧਰਮ ਦੇ ਨਾਂ ਤੇ ਹੈ। ਕਿਉਂਕਿ ਧਰਮ ਇੱਕ ਐਸਾ ਸ਼ਸਤਰ ਹੈ ਜਿਸ ਨੂੰ ਧੰਦੇ ਦੇ ਰੂਪ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈ ਤੇ ਮਨੁੱਖ ਦੀ ਬਰਬਾਦੀ ਵਾਸਤੇ ਵਰਤਿਆ ਜਾ ਸਕਦਾ ਹੈ। ਇਸੇ ਕਰਕੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ, ਮੈਂ ਧਰਮ ਧੰਦਾ ਨਹੀਂ ਬਣ ਦੇਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਧਰਮ ਬੇਵਫਾਈ ਸਿਖਾਵੇ, ਧਰਮ ਵੰਡੀਆਂ ਪਾਵੇ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਵਾਲ ਕੀਤਾ ਗਿਆ ਵੀ ਤੁਹਾਡੀ ਨਜ਼ਰ ਵਿੱਚ ਧਰਮ ਕੀ ਹੈ, ਤੇ ਸਤਿਗੁਰੂ ਦਾ ਬੜਾ ਪਿਆਰਾ ਜਵਾਬ ਸੀ, ਏਕੋ ਧਰਮ ਦ੍ਰਿੜੈ ਸੱਚ ਕੋਇ। ਜਿਹਨੂੰ ਸੱਚ ਦੀ ਸਮਝ ਆ ਗਈ ਹੈ, ਜਿਹਨੂੰ ਇਹ ਸਮਝ ਪੈ ਗਈ ਹੈ ਜੀਵਨ ਸੱਚ ਤੇ ਖਲੋਤਾ ਹੈ,
ਜਿਹਨੂੰ ਇਹ ਸਮਝ ਪੈ ਗਈ ਹੈ ਜਿਉਣਾ ਝੂਠ ਤੇ ਮਰਨਾ ਸੱਚ ਹੈ, ਜਿਹਨੂੰ ਇਹ ਸਮਝ ਪੈ ਗਈ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ, ਜਿਹਨੂੰ ਇਹ ਸਮਝ ਪੈ ਗਈ ਹੈ ਕਿ ਪ੍ਰਮਾਤਮਾ ਵਾਹਿਗੁਰੂ ਆਪ ਹੀ ਇੱਕ ਅਕਾਲ ਪੁਰਖ ਹੈ, ਉਹੀ ਇੱਕ ਸੱਚਾ ਹੈ, ਬਾਕੀ ਸਭ ਝੂਠ ਹੈ, ਜਿਸ ਨੇ ਇਸ ਸੱਚ ਨੂੰ ਦ੍ਰਿੜ ਕਰ ਲਿਆ, ਸਮਝ ਲੈਣਾ, ਉਹ ਧਰਮ ਦੀ ਦੁਨੀਆ ਵਿੱਚ ਤੁਰ ਪਿਆ। ਕਿਉਂਕਿ ਧਰਮ ਇੱਕ ਅਸੂਲ ਹੈ, ਇੱਕ ਬੰਧਨ ਹੈ, ਇੱਕ ਨਿਯਮ ਹੈ, ਇੱਕ ਡਿਸਿਪਲਿਨ ਹੈ, ਜੋ ਮਨੁੱਖ ਦੇ ਅੰਦਰ ਗੁਣਾਂ ਨੂੰ ਪ੍ਰਫੁੱਲਿਤ ਕਰਦਾ ਹੈ। ਅਵਗਣਿਆਰੀ ਮਨੁੱਖ, ਗੁਨਾਹਗਾਰ ਮਨੁੱਖ, ਨੀਚ ਮਨੁੱਖ ਦਾ ਕੋਈ ਹੱਦ ਨਹੀਂ, ਚੇਤਾ ਰੱਖਿਓ। ਖੁਆਰੀਆਂ ਕਰਨ ਵਾਲਾ, ਧੋਖੇਬਾਜ਼, ਦਗਾਬਾਜ਼ ਦਾ ਕੋਈ ਵੀ ਹੱਦ ਨਹੀਂ, ਕਿਉਂਕਿ ਉਹਦੇ ਕੋਲ ਕੋਈ ਮਰਿਆਦਾ ਨਹੀਂ ਹੈ, ਕੋਈ ਨਿਯਮ ਨਹੀਂ ਹੈ, ਕੋਈ ਬਚਨ ਨਹੀਂ ਹੈ। ਪਰ ਜਿਹੜਾ ਬਚਨਾਂ ਦਾ ਬਲੀ ਆ ਨਾ, ਉਹ ਕੌਣ ਆ? ਜਿਹਨੂੰ ਧਰਮ ਦੀ ਗੱਲ ਸਮਝ ਆ ਗਈ ਹੈ, ਜਿਹਨੂੰ ਇਹ ਸਮਝ ਪੈ ਗਈ ਹੈ ਮੇਰੇ ਨੇਤਰਾਂ ਦੀ ਇੱਕ ਮਰਿਆਦਾ ਹੈ, ਜਿਹਨੂੰ ਸਮਝ ਪੈ ਗਈ ਹੈ ਮੇਰੇ ਕੰਨਾਂ ਦੀ ਮਰਿਆਦਾ ਹੈ, ਜਿਹਨੂੰ ਸਮਝ ਪੈ ਗਈ ਹੈ ਮੇਰੀ ਜੀਭ ਦੀ ਇੱਕ ਮਰਿਆਦਾ ਹੈ, ਗੱਲ ਕੀ ਮੇਰੇ ਜੀਵਨ ਦੀ ਪੂਰਨ ਇੱਕ ਮਰਿਆਦਾ ਹੈ, ਇੱਕ ਡਿਸਿਪਲਿਨ ਹੈ। ਤਾਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਇਸ ਖਿਆਲ ਨੂੰ ਇੰਝ ਕਿਹਾ ਹੈ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਬੰਦੇ ਦੇ ਵਾਸਤੇ ਬੰਦੀ ਹੈ, ਡਿਸਿਪਲਿਨ ਹੈ, ਜਾਨਵਰ ਵਾਸਤੇ ਕੋਈ ਡਿਸਿਪਲਿਨ ਨਹੀਂ। ਤੇ ਕਦੀ ਜਾਨਵਰਾਂ ਨੂੰ ਸਜ਼ਾ ਹੁੰਦੀ, ਜਾਨਵਰ ਹਮੇਸ਼ਾ ਪਿੰਜਰੇ ਪਿੱਛੇ ਪਾ ਕੇ ਰੱਖੇ ਜਾਂਦੇ ਨੇ। ਤੋ ਇਸੇ ਕਰਕੇ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਗੁਨਾਹਗਾਰ ਪਾਏ ਜਾਂਦੇ ਨੇ, ਅਪਰਾਧੀ ਪਾਏ ਜਾਂਦੇ ਨੇ, ਉਹਨਾਂ ਨੂੰ ਕਟਹਿਰੇ ਜੇਲ੍ਹ ਦੇ ਪਿੱਛੇ ਪਾ ਦਿੱਤਾ ਜਾਂਦਾ, ਇਸੇ ਕਰਕੇ ਕਿ ਇਹ ਸੰਸਾਰੀ ਨਹੀਂ ਹੈ। ਇਹਨਾਂ ਮਨੁੱਖਾਂ ਨੇ ਡਿਸਿਪਲਿਨ ਨੂੰ ਭੰਗ ਕੀਤਾ ਹੈ, ਮਰਿਆਦਾ ਨੂੰ ਭੰਗ ਕੀਤਾ ਹੈ। ਤੋ ਗੁਰਬਾਣੀ ਮਰਿਆਦਾ ਸਿਖਾਉਂਦੀ ਹੈ, ਸਤਿਗੁਰੂ ਸਿਖਾਉਂਦੇ ਨੇ ਤੇਰੇ ਜੀਵਨ ਦੇ ਵਿੱਚ ਕਿਸ ਤਰੀਕੇ ਦੀ ਮਰਿਆਦਾ ਚਾਹੀਦੀ ਹੈ। ਤੇ ਗੁਰਬਾਣੀ ਦਾ ਮਰਿਆਦਾ ਸਿਖਾਉਣ ਦਾ ਮਤਲਬ ਹੈ ਕਿ ਭਾਈ ਤੂੰ ਵੰਡੀਆਂ ਨਾ ਪਾ। ਦੁਨਿਆਵੀ ਧਰਮ ਜਿਹੜੇ ਤੁਸੀਂ ਬਹੁਤਾਤ ਵੱਡੇ ਪੱਧਰ ਤੇ ਵੇਖ ਰਹੇ ਹੋ, ਇਹ ਧਰਮ ਦੇ ਨਾਂ ਤੇ ਮਨੁੱਖ ਨੂੰ ਲੁੱਟਿਆ ਜਾ ਰਿਹਾ ਹੈ, ਧਰਮ ਦੇ ਨਾਂ ਤੇ ਲੜਾਇਆ ਜਾ ਰਿਹਾ ਹੈ, ਪਰ ਗੁਰਬਾਣੀ ਨਹੀਂ ਲੜਾਉਂਦੀ। ਸਤਿਗੁਰ ਨੇ 15 ਭਗਤ, 6 ਗੁਰੂ ਸਾਹਿਬਾਨ, 11 ਭੱਟ ਇੱਕ ਪਲੇਟਫਾਰਮ ਤੇ ਲਿਆਂਦੇ ਨੇ। ਕਿਉਂ? ਕਿਉਂਕਿ ਮਨੁੱਖ ਦੇ ਵਿੱਚੋਂ ਵੰਡੀਆਂ ਮੁੱਕ ਜਾਣ, ਲੜਾਈਆਂ ਮੁੱਕ ਜਾਣ, ਝਗੜੇ ਮੁੱਕ ਜਾਣ, ਪਰ ਨਹੀਂ ਮੁੱਕ ਰਹੇ। ਮੈਂ ਹੈਰਾਨ ਹੁੰਦਾ, ਅੱਜ ਤੱਕ ਅਸੀਂ ਇਹ ਨਹੀਂ ਸਮਝ ਪਾਏ ਕਿ ਸਾਡਾ ਸੱਭਿਆਚਾਰ ਕੀ ਹੈ। ਸਿੱਖ ਦਾ ਸੱਭਿਆਚਾਰ ਗੁਰੂ ਨਾਨਕ ਸਾਹਿਬ ਦਾ ਸੱਭਿਆਚਾਰ ਹੈ। ਉਹ ਸੱਭਿਅਕ ਆਚਾਰ ਦਾ ਅਰਥ ਹੈ ਕਿਰਦਾਰ, ਸੱਭਿਅਕ ਦਾ ਅਰਥ ਹੈ ਡਿਸਿਪਲਿਨ। ਇੱਕ ਮਰਿਆਦਾ ਦੇ ਵਿੱਚ ਚੁਣਿਆ ਹੋਇਆ ਕਿਰਦਾਰ, ਇੱਕ ਮਰਿਆਦਾ ਵਿੱਚ ਚੱਲਿਆ ਹੋਇਆ ਕਰੈਕਟਰ, ਜਿਸ ਜੀਵਨ ਦੇ ਕਿਰਦਾਰ ਦੇ ਵਿੱਚ ਉੱਚਮਤਾ ਹੈ, ਜਿਸ ਕਿਰਦਾਰ ਵਿੱਚ ਸੁੱਚਮਤਾ ਹੈ। ਪਰ ਅੱਜ ਜਿਹੜਾ ਸੱਭਿਆਚਾਰ ਦੇ ਨਾਂ ਦੇ ਉੱਤੇ ਜਿਹੜਾ ਅੱਜ ਕਿਰਦਾਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਗੰਦੇ ਗੀਤ, ਗੰਦਾ ਸੁਭਾਅ, ਵਿਆਹਾਂ ਦੇ ਉੱਤੇ ਰਾਤ ਦੇ 12-12 ਵਜੇ ਤੱਕ ਡੀਜ਼ੇ, ਕੰਜਰੀਆਂ ਦੇ ਨਾਚ ਆਦਿਕ, ਇਹ ਚੀਜ਼ਾਂ ਕਾਹਦੀਆਂ ਨੇ? ਨਾਮ ਦਿੱਤਾ ਜਾ ਰਿਹਾ ਸੱਭਿਆਚਾਰ। ਸੱਭਿਆਚਾਰ ਕੋਈ ਨਹੀਂਗਾ। ਸੱਭਿਆਚਾਰ ਹੈ ਜੋ ਮਨੁੱਖ ਦੀ ਜ਼ਿੰਦਗੀ ਵਿੱਚ ਸੱਚ ਲਿਆਉਂਦਾ ਹੈ, ਸੱਭਿਅਕ ਮਨੁੱਖ ਨੂੰ ਬਣਾਉਂਦਾ ਹੈ, ਮਨੁੱਖ ਨੂੰ ਜੀਵਨ ਦੀ ਮਰਿਆਦਾ, ਜੀਵਨ ਦੇ ਅਸੂਲ ਸਿਖਾਉਂਦਾ ਹੈ। ਜੋ ਮਨੁੱਖ ਦੂਸਰੇ ਦੀਆਂ ਭਾਵਨਾਵਾਂ, ਦੂਸਰੇ ਦੀਆਂ ਕਦਰਾਂ ਕੀਮਤਾਂ ਦੀ ਕਦਰ ਕਰਦਾ ਹੈ। ਪਰ ਅੱਜ ਧਰਮ ਦੇ ਨਾਂ ਤੇ ਠੱਗੀ ਹੈ, ਧਰਮ ਦੇ ਨਾਂ ਤੇ ਲੁੱਟ ਹੈ। ਗੁਰਬਾਣੀ ਇਸ ਲੁੱਟ ਤੋਂ ਬਾਹਰ ਕੱਢਦੀ ਹੈ। ਤੋ ਸਾਹਿਬ ਕਹਿੰਦੇ, ਮਨੁੱਖ ਮੈਂ ਚਾਹੁੰਦਾ ਤੇਰਾ ਜੀਵਨ ਸ਼ਿਸ਼ਟਾਚਾਰ ਦੇ ਅਧੀਨ ਹੋਵੇ, ਤੇਰੇ ਅੰਦਰ ਸੱਚ ਹੋਵੇ, ਤੇਰੀ ਅੱਖਾਂ ਦੀ ਮਰਿਆਦਾ ਹੋਵੇ। ਤੋ ਇਹ ਨਿਯਮ ਵਾਲੀ ਸਿਖਾਉਂਦੀ ਹੈ ਗੁਰਬਾਣੀ, ਸਤਿਗੁਰੂ ਦਾ ਸਿਧਾਂਤ, ਗੁਰੂ ਦੀ ਬਾਣੀ, ਗੁਰੂ ਦੇ ਬਚਨ। ਤੇ ਜੋ ਗੁਰੂ ਦੇ ਬਚਨਾਂ ਤੇ ਤੁਰ ਪੈਂਦਾ ਹੈ, ਜੋ ਗੁਰੂ ਦੇ ਬਚਨਾਂ ਨੂੰ ਫਾਲੋ ਕਰਨ ਲੱਗ ਪੈਂਦਾ ਹੈ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੱਤ ਲੈ ਲੈਂਦਾ ਹੈ, ਉਹਦੇ ਜੀਵਨ ਦੇ ਵਿੱਚ ਸੱਚ ਟਿਕਣ ਲੱਗ ਪੈਂਦਾ ਹੈ। ਉਹਦੀ ਜ਼ਿੰਦਗੀ ਜਿਉਣ ਦੇ ਤਰੀਕੇ ਬਦਲ ਜਾਂਦੇ ਨੇ, ਉਹਦੇ ਵਿੱਚ ਗੁਣ ਐਕਟੀਵੇਟ ਹੋ ਜਾਂਦੇ ਨੇ। ਉਹ ਆਪਣੇ ਅਵਗੁਣਾਂ ਦੇ ਨਾਲ ਲੜਨ ਲੱਗ ਪੈਂਦਾ ਹੈ, ਆਪਣੇ ਆਪ ਦੇ ਨਾਲ ਜੰਗ ਛੇੜ ਦਿੰਦਾ ਹੈ ਕਿ ਮੈਂ ਆਪਣੇ ਵਿੱਚੋਂ ਵਿਕਾਰਾਂ ਨੂੰ ਖਤਮ ਕਰਕੇ ਮੈਂ ਚੰਗੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ, ਚੰਗੇ ਗੁਣਾਂ ਨੂੰ ਟਿਕਾਉਣਾ ਹੈ। ਕਿਉਂਕਿ ਜਿਹਦੇ ਅੰਦਰ ਚੰਗੇ ਗੁਣ ਪੈਦਾ ਹੋਣ ਲੱਗ ਪਏ, ਉਹ ਦਸਤਾਰ ਦੀ ਆਈਡੀ ਬੜੀ ਪ੍ਰਫੁੱਲਤ ਤਰੀਕੇ ਦੇ ਨਾਲ ਉਜਾਗਰ ਕਰੇਗਾ। ਬਾਹਰ ਦੀ ਦਿੱਖ ਸਾਡੀ ਆਈਡੀ ਹੈ, ਪਰ ਇਸ ਆਈਡੀ ਦਾ ਮਹੱਤਵ ਅੰਦਰ ਦੇ ਵਿੱਚ ਬੈਠੇ ਗੁਣ ਨੇ, ਜੋ ਗੁਣ ਤਬਦੀਲ ਹੋਣੇ ਨੇ ਗੁਰਮਤ ਨਾਲ, ਜਿਨ੍ਹਾਂ ਵਿੱਚ ਗੁਰਮਤ ਆਉਣੀ ਹੈ। ਅਵਗੁਣ ਖਤਮ ਹੋ ਜਾਣੇ ਨੇ ਤੇ ਗੁਣ ਸਮਾ ਜਾਣੇ ਨੇ। ਤੇ ਜਦੋਂ ਗੁਣ ਮਨੁੱਖ ਦੇ ਜੀਵਨ ਵਿੱਚ ਆਗਾਜ਼ ਕਰਦੇ ਨੇ, ਗੁਣਾਂ ਦਾ ਆਗਾਜ਼ ਹੁੰਦਾ ਹੈ, ਗੁਣ ਮਨੁੱਖ ਦੇ ਅੰਦਰ ਆਉਂਦੇ ਨੇ, ਮਨੁੱਖ ਦੇ ਅੰਦਰ ਕੈਸੀ ਅਵਸਥਾ ਬਣਦੀ ਹੈ? ਸਾਹਿਬ ਕਹਿੰਦੇ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ। ਇਹਦੀ ਜੀਭਾ ਫਿਰ ਅੰਮ੍ਰਿਤ ਬੋਲਦੀ ਹੈ। ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ। ਇਹ ਆਪਣੀਆਂ ਅੱਖਾਂ ਤੋਂ ਫਿਰ ਅੰਮ੍ਰਿਤ ਦੇਖਦਾ ਹੈ।
ਭਾਵ ਸਾਰਿਆਂ ਦੇ ਵਿੱਚ ਵਸਦਾ ਪ੍ਰਮਾਤਮਾ ਵੇਖਦਾ ਹੈ, ਕਿਉਂਕਿ ਇਹਦੀ ਜ਼ਿੰਦਗੀ ਵਿੱਚ ਹੁਣ ਗੁਰਮਤ ਆ ਵਸੀ ਹੈ। ਹੁਣ ਇਹਦੇ ਅੰਦਰ ਮੈਂ ਮੇਰੀ ਮੁੱਕ ਗਈ ਹੈ, ਹਉਮੈ ਖਤਮ ਹੋ ਗਈ ਹੈ। ਇਹਨੂੰ ਹੌਲੀ ਹੌਲੀ ਇਹ ਤਜਰਬਾ ਆ ਗਿਆ ਹੈ ਕਿ ਮੈਂ ਆਪਣੇ ਜੀਵਨ ਨੂੰ ਕਿਵੇਂ ਵਿਕਾਰਾਂ ਤੋਂ ਕੰਟਰੋਲ ਕਰਨਾ ਹੈ। ਸਭ ਜਿਵੇਂ ਆਪਾਂ ਗੱਡੀ ਡਰਾਈਵ ਕਰਦੇ ਆ ਨਾ, ਜੇ ਕੰਟਰੋਲ ਦੇ ਵਿੱਚ ਰਵੇ, ਨਿਯਮ ਦੇ ਵਿੱਚ ਰਹੀਏ, ਕੰਟਰੋਲ ਵਿੱਚ ਚੱਲੀਏ ਤੇ ਅਸੀਂ ਵੱਡੇ ਤੋਂ ਵੱਡੇ ਐਕਸੀਡੈਂਟ ਤੋਂ ਬਚ ਸਕਦੇ ਹਾਂ। ਪਰ ਜੇ ਗੱਡੀ ਕੰਟਰੋਲ ਤੋਂ ਬਾਹਰ ਹੋ ਜਾਵੇ, ਬੜਾ ਵੱਡਾ ਨੁਕਸਾਨ ਹੋ ਸਕਦਾ ਹੈ। ਇਵੇਂ ਇਹ ਸਰੀਰ ਹੈ, ਇਹਦੇ ਵਿੱਚ ਬਹੁਤ ਕੁਝ ਪਿਆ ਹੋਇਆ ਹੈ, ਪਰ ਇਹਨੂੰ ਜਦੋਂ ਕੰਟਰੋਲ ਦੇ ਨਾਲ ਮਤ ਗੁਰਮਤ ਦੇ ਧਾਰਨੀ ਹੋ ਕੇ, ਮਤ ਗੁਰੂ ਦੀ ਕੋਲੋਂ ਟ੍ਰੇਨਿੰਗ ਲੈ ਕੇ, ਇਹ ਮਤ ਗੁਰਬਾਣੀ ਦੇ ਅਧੀਨ ਹੋ ਕੇ ਜਦੋਂ ਇਸ ਮਨ ਨੂੰ ਚਲਾਵੇਗੀ, ਇਸ ਸਰੀਰ ਨੂੰ ਚਲਾਵੇਗੀ, ਇਸ ਸਰੀਰ ਦੀਆਂ ਗਤੀਵਿਧੀਆਂ ਸੱਚ ਤੇ ਆ ਖਲੋਣਗੀਆਂ। ਫਿਰ ਇਹ ਸਰੀਰ ਕਿਸੇ ਦਾ ਨੁਕਸਾਨ ਨਹੀਂ ਕਰੇਗਾ, ਫਿਰ ਇਹ ਕਿਸੇ ਦਾ ਐਕਸੀਡੈਂਟ ਨਹੀਂ ਕਰੇਗਾ, ਕਿਸੇ ਨੂੰ ਘਾਤ ਨਹੀਂ ਪਹੁੰਚਾਏਗਾ। ਇਹ ਸਰੀਰ ਫਿਰ ਸੱਚ ਦੇ ਰਾਹ ਤੇ ਚੱਲੇਗਾ। ਐਕਸੀਡੈਂਟ ਮੀਨਸ ਕਿਸੇ ਨੂੰ ਹਰਟ ਨਹੀਂ ਕਰੇਗਾ, ਕਿਸੇ ਦੇ ਵਾਸਤੇ ਨੁਕਸਾਨ ਨਹੀਂ ਪੈਦਾ ਕਰੇਗਾ, ਕਿਉਂਕਿ ਇਹਨੂੰ ਸਮਝ ਆ ਜਾਏਗੀ ਮੈਂ ਸੱਚ ਦੇ ਰਸਤੇ ਤੇ ਤੁਰਨਾ ਹੈ। ਤਾਂ ਗੁਰਬਾਣੀ ਇਹੀ ਸਿਖਾਉਂਦੀ ਹੈ। ਤਾਂ ਸਤਿਗੁਰੂ ਜੀ ਕਹਿ ਰਹੇ, ਅੱਜ ਦੇ ਰਹਾਉ ਦੇ ਬੰਦ ਨੇ, ਸਭ ਕਹਿੰਦੇ ਮੇਰੇ ਮਨ ਹਰ ਹਰ ਨਾਮ ਤੇ ਆਏ। ਹੇ ਮੇਰੇ ਮਨ, ਸਦਾ ਵਾਸਤੇ ਪ੍ਰਮਾਤਮਾ ਨੂੰ ਹੀ ਚੇਤੇ ਕਰ, ਕਰ ਸੰਗਤ ਨਿਤ ਸਾਧ ਕੀ, ਗੁਰ ਚਰਣੀ ਚਿਤ ਲਾਏ। ਹੁਣ ਇਹਦੇ ਵਿੱਚ ਸ਼ਬਦ ਬੜਾ ਉਜਾਗਰ ਹੋ ਰਿਹਾ ਹੈ, ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਬੜੇ ਹੀ ਇੱਕ ਕਹਿ ਲਓ ਨਾ ਗੋਹਜ ਤਰੀਕੇ ਦੇ ਨਾਲ ਮਨੁੱਖ ਨੂੰ ਕਿਸੇ ਪਖੰਡੀ ਦੇ ਪੈਰਾਂ ਦੇ ਵਿੱਚ ਸੁੱਟਿਆ ਜਾ ਸਕਦਾ ਹੈ। ਜੇ ਇਹਦੇ ਅਰਥ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਸਮਝ ਆਉਣਗੇ, ਜੇ ਸਾਡੇ ਜੀਵਨ ਵਿੱਚ ਗੁਰਮਤ ਦਾ ਆਧਾਰ ਨਹੀਂ ਹੋਵੇਗਾ, ਅਸੀਂ ਭਟਕ ਜਾਵਾਂਗੇ ਤੇ ਅਸੀਂ ਸਾਧ ਸ਼ਬਦ ਦੀ ਕਿਸੇ ਦੇਹਧਾਰੀ ਦੇ ਨਾਲ ਤੁਲਨਾ ਕਰਨ ਲੱਗ ਪਵਾਂਗੇ। ਜਦ ਕਿ ਗੁਰਮਤ ਦੇ ਵਿੱਚ ਇਹ ਗੱਲ ਪੱਕਾ ਅਸੂਲ ਚੇਤੇ ਰੱਖੋ, ਸਾਧ ਸੰਤ ਬ੍ਰਹਮ ਗਿਆਨੀ ਪਰਮਾਤਮਾ ਵਾਸਤੇ ਹੈ, ਸਾਧ ਸੰਤ ਸਾਧੂ ਧੰਨ ਗੁਰੂ ਗ੍ਰੰਥ ਸਾਹਿਬ ਵਾਸਤੇ ਹੈ, ਗੁਰੂ ਸ਼ਬਦ ਵਾਸਤੇ ਹੈ। ਤੋ ਸਭ ਕਹਿੰਦੇ ਕਰ ਸੰਗਤ ਨਿਤ ਸਾਧ ਕੀ। ਪਹਿਲੀ ਗੱਲ ਆ, ਮੇਰੇ ਮਨ ਸਦਾ ਵਾਸਤੇ ਪ੍ਰਮਾਤਮਾ ਦੇ ਹੁਕਮ ਨੂੰ ਚੇਤੇ ਕਰ, ਉਹਨੂੰ ਹੀ ਆਪਣੇ ਜੀਵਨ ਦੇ ਵਿੱਚ ਵਸਾ। ਮੇਰੇ ਮਨ ਹਰ ਹਰ ਨਾਮ ਤੇ ਆਏ। ਤੇ ਅਗਲੀ ਗੱਲ ਸਾਹਿਬ ਕਹਿੰਦੇ, ਇਹ ਕਿਵੇਂ ਤੇਰੇ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਦੀ ਜਿਹੜੀ ਹੈ ਉਹ ਅਵਸਥਾ ਬਣੇਗੀ। ਕਰ ਸੰਗਤ ਨਿਤ ਸਾਧ ਕੀ, ਰੋਜ਼ਾਨਾ ਸੰਗਤ ਕਰਿਆ ਕਰ। ਕਿਸੇ ਦੇਹ ਧਾਰੀ ਸ਼ਬਦ ਕਹਿੰਦੇ ਰੋਜ਼ਾਨਾ ਸੰਗਤ ਕਰਿਆ ਕਰ, ਕਿ ਇਹਦੀ ਸਤਿਗੁਰੂ ਦੇ ਉਪਦੇਸ਼ਾਂ ਦੀ, ਗੁਰੂ ਦੇ ਬਾਣੀ ਦੀ, ਗੁਰ ਚਰਣੀ ਚਿਤ ਲਾਏ। ਤੇ ਗੁਰ ਸਤਿਗੁਰੂ ਦੇ ਕੋਲੋਂ ਗਿਆਨ ਲੈ ਕੇ, ਚਰਨੀ ਦਾ ਅਰਥ ਆ ਸ਼ਬਦ ਦੇ ਵਿੱਚੋਂ ਨਿਕਲਿਆ ਗਿਆਨ। ਸ਼ਬਦ ਕੀ ਹੈ? ਸਾਡਾ ਗੁਰੂ ਹੈ। ਸ਼ਬਦ ਚੋਂ ਨਿਕਲਿਆ ਗਿਆਨ, ਇਹ ਗੁਰੂ ਜੀ ਦੇ ਚਰਨ ਨੇ। ਜਦੋਂ ਸ਼ਬਦ ਚੋਂ ਗਿਆਨ ਮਿਲਦਾ ਹੈ ਤੇ ਗਿਆਨ ਤੋਂ ਜਿਹੜੀ ਬਖਸ਼ਿਸ਼ ਮਿਲਦੀ ਹੈ ਉਹ ਧੂੜ ਹੈ, ਜੋ ਸਾਡਾ ਗਿਆਨ ਸਾਡੀ ਮੱਤ ਉੱਤੇ ਪ੍ਰਗਾਸ਼ਮਾਨ ਹੋ ਕੇ ਸਾਨੂੰ ਸਿੱਧੇ ਰਾਹ ਤੋਰਦਾ ਹੈ। ਤਾਂ ਗੱਲ ਪਕੜ ਜਾਵੇ, ਕਰ ਸੰਗਤ ਨਿਤ ਸਾਧ ਕੀ, ਸਦਾ ਗੁਰੂ ਜੀ ਦੀ ਸੰਗਤ ਕਰਿਆ ਕਰ, ਗੁਰੂ ਚਰਣੀ ਚਿਤ ਲਾਏ। ਤੇ ਸਦਾ ਵਾਸਤੇ ਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਨਾਲ ਆਪਣੇ ਜੀਵਨ ਨੂੰ ਤੋਰ, ਆਪਣੇ ਜੀਵਨ ਨੂੰ ਜੋੜ। ਗੁਰ ਚਰਣੀ, ਗੁਰ ਦਾ ਅਰਥ ਹੈ ਟੈਕਨੀਕ, ਜੁਗਤੀ, ਚਰਨੀ ਗੁਰੂ ਦਾ ਗਿਆਨ। ਚਿੱਤ ਲਾਏ, ਚਿੱਤ ਲਾ ਕੇ ਗੁਰੂ ਜੀ ਦੀ ਮੱਤ ਤੇ ਆਪਣੇ ਮਨ ਨੂੰ ਤੋਰ, ਆਪਣੀਆਂ ਸਿਆਣਪਾਂ ਚਤੁਰਾਈਆਂ ਛੱਡ ਕੇ ਗੁਰੂ ਦੇ ਹੁਕਮ ਨੂੰ ਮੰਨ। ਰਹਾਓ, ਇਹ ਰਹਾਓ ਦਾ ਬੰਦ ਆ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸ਼੍ਰੀ ਰਾਗ ਮਹੱਲਾ ਪੰਜਵਾਂ। ਸਭ ਕਹਿੰਦੇ ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ਼। ਮਨੁੱਖ ਦੀ ਹਰ ਰੋਜ਼ ਦੀ ਅਵਸਥਾ ਦੱਸੀ ਹੈ ਕਿ ਮਨੁੱਖ ਆਪਣੇ ਅੰਦਰ ਵੀ ਆਪਾਂ ਝਾਤੀ ਮਾਰਨੀ, ਅਸੀਂ ਵੀ ਇੰਝ ਹੀ ਪ੍ਰਮੋਟ ਕਰਦੇ ਹਾਂ ਆਪਣੇ ਜੀਵਨ ਨੂੰ, ਅਸੀਂ ਵੀ ਇੰਝ ਹੀ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਦੇ ਹਾਂ। ਕਿਵੇਂ? ਮੇਰਾ ਤਨ, ਇਹ ਤਨ ਮੇਰਾ ਹੈ, ਅਰ ਧਨ ਮੇਰਾ, ਆ ਧਨ ਵੀ ਮੈਂ ਕਮਾਇਆ ਹੈ। ਰਾਜ ਰੂਪ ਮੈਂ ਦੇਸ਼, ਇਹ ਰਾਜ ਵੀ ਮੇਰਾ ਹੈ, ਇਹ ਦੇਸ਼ ਵੀ ਮੇਰਾ ਹੈ, ਤੇ ਮੈਂ ਸੋਹਣੇ ਰੂਪ ਵਾਲਾ ਹਾਂ। ਇਹ तमाम ਗੱਲਾਂ ਦਾ ਮਨੁੱਖ ਅਹੰਕਾਰ ਕਰਦਾ ਹੈ, ਕਹਿੰਦਾ ਹੈ ਇਹ ਰਾਜ ਮੇਰਾ ਹੈ, ਇਹ ਧਨ ਮੇਰਾ ਹੈ, ਇਹ ਦੇਸ਼ ਮੇਰਾ ਹੈ, ਇਹ ਰੂਪ ਵੀ ਮੇਰਾ ਹੈ ਸੋਹਣਾ। ਸੁਤਦਾਰਾ ਬਨਤਾ ਅਨੇਕ, ਬਹੁਤ ਰੰਗ ਅਰ ਵੇਸ।
ਇਹ ਵੀ ਗੱਲ ਕਹਿੰਦਾ ਹੈ, ਪੁੱਤਰ ਵੀ ਮੇਰਾ ਹੈ, ਇਸਤਰੀਆਂ ਵੀ ਮੇਰੀਆਂ ਨੇ, ਮੈਨੂੰ ਬੜੀਆਂ ਮੌਜਾਂ ਨੇ। ਅਨੇਕ ਬਹੁਤ ਰੰਗ ਅਰ ਵੇਸ਼, ਰੰਗ ਦਾ ਅਰਥ ਆ ਮੌਜਾਂ, ਵੇਸ਼ ਦਾ ਅਰਥ ਆ ਪਹਿਰਾਵੇ। ਸਭ ਕਹਿੰਦੇ ਇਹ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੈ, ਪੁੱਤ ਵੀ ਮੇਰਾ ਹੈ, ਪਤਨੀ ਵੀ ਮੇਰੀ ਹੈ, ਬਹੁਤ ਇਹ ਮੌਜਾਂ ਨੇ ਮੈਨੂੰ, ਬੜੀਆਂ ਭਾਂਤ ਭਾਂਤ ਦੀਆਂ ਮੇਰੇ ਕੋਲ ਪੁਸ਼ਾਕਾਂ ਨੇ, ਤੇ ਮੈਂ ਆਪਣੇ ਆਪ ਨੂੰ ਬਾਹਰੀ ਤੌਰ ਉੱਤੇ ਬੜਾ ਖੂਬਸੂਰਤ ਸਮਝਦਾ ਹਾਂ। ਸਭ ਕਹਿੰਦੇ ਮਨੁੱਖ ਦੀ ਜ਼ਿੰਦਗੀ ਇੱਥੇ ਖਲੋਤੀ ਹੈ, ਜਾਂ ਤਾਂ ਪੁਸ਼ਾਕਾਂ ਬਣਾਉਣ ਦੇ ਵਿੱਚ ਜਾਂ ਰੰਗ ਰਲੀਆਂ ਮਨਾਉਣ ਦੇ ਵਿੱਚ। ਇਹਦੇ ਵਿੱਚ ਹੀ ਜੀਵਨ ਗੁਜ਼ਾਰ ਰਿਹਾ ਹੈ। ਖਾਓ ਪੀਓ ਮੌਜਾਂ ਕਰੋ, ਪਰ ਇਹਦੇ ਵਿੱਚ ਇਹ ਨਹੀਂ ਸੋਚ ਰਿਹਾ ਕਿ ਇਸ ਸਰੀਰ ਦਾ ਮਹਾਤਮ ਕੀ ਹੈ। ਜੇ ਖਾਣ ਪੀਣ ਸੌਣ ਮੌਜਾਂ ਮਾਣਨ ਵਾਸਤੇ ਜੀਵਨ ਮਿਲਿਆ ਹੁੰਦਾ ਤੇ ਜਾਨਵਰ ਵੀ ਤੇ ਇਹੀ ਕਰ ਰਹੇ ਨੇ, ਪਰ ਮਨੁੱਖ ਦੀ ਕੁਝ ਉਹ ਤੋਂ ਜ਼ਿਆਦੀਆਂ ਡਿਊਟੀਆਂ ਨੇ, ਕੁਝ ਉਹ ਤੋਂ ਜ਼ਿਆਦੀਆਂ ਜ਼ਿੰਮੇਵਾਰੀਆਂ ਨੇ ਕਿ ਮਨੁੱਖ ਇਸ ਜੀਵਨ ਨੂੰ ਅਪਣਾ ਕੇ ਸੱਚ ਦੇ ਰਾਹ ਤੇ ਚੱਲਦਾ ਹੋਇਆ ਆਪਣੇ ਜੀਵਨ ਦੇ ਅੰਦਰ ਗੁਰਮਤ ਦਾ ਪ੍ਰਗਾਸ ਕਰੇ। ਪਰ ਸਭ ਕਹਿੰਦੇ ਇਹਦੇ ਅੰਦਰ ਅਹੰਗ ਹੈ। ਹਰ ਨਾਮ ਹਿਰਦੈ ਨਾ ਵਸਈ, ਕਾਰਜ ਕਿਤੇ ਨਾ ਲੇਖ। ਕਹਿੰਦੇ ਜਦੋਂ ਵੀ ਇਹਦੇ ਕੋਲ ਖਲੋਵੋ, ਇਹਦੇ ਵਿੱਚੋਂ ਬਦਬੂ ਵਿਕਾਰਾਂ ਦੀ ਆਉਂਦੀ ਹੈ, ਹਉਮੈ ਦੀ ਆਉਂਦੀ ਹੈ। ਹਰ ਵਕਤ ਇਹ ਇਹੀ ਜਤਲਾਉਂਦਾ ਰਹਿੰਦਾ ਹੈ, ਮੇਰੇ ਬੱਚੇ, ਮੇਰਾ ਘਰ, ਮੇਰੀ ਦੁਨੀਆ, ਮੇਰਾ ਨਗਰ। ਬਸ ਇਹਦੇ ਵਿੱਚ ਹੀ ਇਹ ਸਾਰੀ ਜ਼ਿੰਦਗੀ ਜੋੜ ਕੇ ਬੈਠਾ ਹੈ। ਪਹਿਲਾ ਹੈ ਕਮਾਈਆਂ ਤੇ ਜੀਵਨ ਲਾਤਾ, ਫਿਰ ਕਹਿੰਦਾ ਹੁਣ ਪੋਤਰੇ ਪੋਤਰੀਆਂ ਹੋ ਜਾਣ, ਦੋਤਰੇ ਦੋਤਰੀਆਂ ਹੋ ਜਾਣ, ਫਿਰ ਕਹਿੰਦਾ ਪੋਤਰੇ ਪੋਤਰੀਆਂ ਦਾ ਵੀ ਵਿਆਹ ਵੇਖ ਕੇ ਜਾਵਾਂਗੇ। ਗੱਲ ਕੀ ਸਾਰੀ ਜ਼ਿੰਦਗੀ ਲਾਲਸ਼ਾਵਾਂ ਤੇ ਇਛਾਵਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਤੁਸੀਂ ਖਿਆਲ ਕਰਨਾ, ਮਨੁੱਖ ਦੀ ਪਕੜ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ ਪਦਾਰਥਾਂ ਦੀ, ਸੰਸਾਰਿਕ ਦੁਨੀਆ ਦੀ, ਕਿਉਂਕਿ ਗੁਰਮਤ ਦਾ ਜੀਵਨ ਜਿਹੜਾ ਹੈ ਨਾ, ਉਹ ਮਨੁੱਖ ਦੇ ਅੰਦਰ ਸੱਚ ਦਾ ਪ੍ਰਗਾਸ ਕਰਦਾ ਹੈ। ਤੋ ਸਹਿਬ ਕਹਿੰਦੇ ਹਰ ਨਾਮ ਹਿਰਦੇ ਨਾ ਵਸਈ, ਕਾਰਜ ਕਿਤੇ ਨਾ ਲੇਖ। ਕਹਿੰਦੇ ਇਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਹੁਕਮ ਤੇ ਵਸਦਾ ਨਹੀਂ। ਇਹ ਸਭ ਪਦਾਰਥ ਜਿਨ੍ਹਾਂ ਦਾ ਮਾਣ ਕਰਦਾ ਹੈ, ਇਹ ਕਿਸੇ ਵੀ ਕੰਮ ਦੇ ਨਹੀਂ। ਲੇਖ ਦਾ ਅਰਥ ਹੈ ਜਾਣ ਸਮਝ, ਇਹ ਕਿਸੇ ਕੰਮ ਦੇ ਨਹੀਂ। ਜਿੰਨੇ ਵੀ ਤੂੰ ਆ ਇਕੱਠੇ ਕੀਤੇ ਨੇ ਪਦਾਰਥੀ ਦੁਨੀਆ ਦੇ ਕਾਰਜ, ਇਹ ਜਿਤਨੇ ਵੀ ਤੂੰ ਦੁਨਿਆਵੀ ਚੀਜ਼ਾਂ ਇਕੱਤਰ ਕਰਕੇ ਬੈਠਾ ਹੈ, ਜਿਨ੍ਹਾਂ ਵਿੱਚ ਮਸਤ ਹੋ ਕੇ ਘੁੰਮ ਰਿਹਾ ਹੈ, ਇਹ ਕਿਤੇ ਕੰਮ ਨਹੀਂ ਆਉਣੇ। ਤੇਰੇ ਹਿਰਦੇ ਦੇ ਵਿੱਚ ਜੇ ਤੂੰ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਵਸਾਇਆ ਤੇ ਆ ਪਦਾਰਥਾਂ ਦੇ ਪਿੱਛੇ ਤੁਰਿਆ ਫਿਰ ਰਿਹਾ ਹੈ, ਇਹ ਜ਼ਿੰਦਗੀ ਤੇਰੀ ਬਰਬਾਦ ਕਰ ਦੇਣਗੇ। ਮੇਰੇ ਮਨ ਹਰ ਹਰ ਨਾਮ ਧਿਆਏ। ਫਿਰ ਹੇ ਮੇਰੇ ਮਨ, ਸਦਾ ਵਾਸਤੇ ਪ੍ਰਮਾਤਮਾ ਦੇ ਹੁਕਮ ਨੂੰ ਚੇਤੇ ਕਰ। ਕਰ ਸੰਗਤ ਨਿਤ ਸਾਧ ਕੀ, ਗੁਰ ਚਰਣੀ ਚਿਤ ਲਾਏ। ਕਹਿੰਦੇ ਸਦਾ ਵਾਸਤੇ ਗੁਰੂ ਦੀ ਸੰਗਤ ਕਰ, ਗੁਰੂ ਦੇ ਹੁਕਮ ਤੇ ਤੁਰ, ਤੇ ਆਪਣੇ ਜੀਵਨ ਨੂੰ ਗੁਰਮਤ ਦੀ ਕਸਵੱਟੀ ਤੇ ਲੈ ਕੇ ਚੱਲ। ਨਾਮ ਨਿਧਾਨ ਧਿਆਈ ਹੈ, ਮਸਤਕ ਹੋਵੈ ਭਾਗ। ਨਾਮ ਹੁਕਮ, ਨਿਧਾਨ ਦਾ ਅਰਥ ਹੈ ਖਜ਼ਾਨਾ, ਧਿਆਈਏ ਦਾ ਅਰਥ ਹੈ ਰੋਜ਼ ਚੇਤੇ ਕਰ, ਜੀਵਨ ਦੇ ਵਿੱਚ ਵਸਾ। ਸਭ ਕਹਿੰਦੇ ਪ੍ਰਮਾਤਮਾ ਦਾ ਨਾਮ ਜੋ ਸਾਰਿਆਂ ਪਦਾਰਥਾਂ ਦਾ ਖਜ਼ਾਨਾ ਹੈ, ਸਾਰੇ ਜੀਵਨ ਦਾ ਮੂਲ ਹੈ। ਜੇ ਮੂਲ ਜੇ ਆਖੀਏ, ਬੇਸ ਆਖੀਏ, ਉਹ ਪ੍ਰਮਾਤਮਾ ਦਾ ਹੁਕਮ ਹੈ। ਨਾਮ ਨਿਧਾਨ ਧਿਆਈ ਹੈ, ਮਸਤਕ ਹੋਵੇ ਭਾਗ। ਪ੍ਰਮਾਤਮਾ ਦਾ ਨਾਮ ਜੋ ਸਾਰਿਆਂ ਪਦਾਰਥਾਂ ਦਾ ਖਜ਼ਾਨਾ ਹੈ, ਫਿਰ ਉਹਨੂੰ ਹੀ ਚੇਤੇ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਜਦੋਂ ਮਨੁੱਖ ਗੁਰੂ ਦੀ ਮੱਤ ਤੇ ਚੱਲਦਾ ਹੈ, ਮਸਤਕ ਹੋਵੇ ਭਾਗ, ਉਹ ਆਪਣੇ ਮੱਥੇ ਦੇ ਉੱਪਰ, ਮੱਥੇ ਦਾ ਅਰਥ ਹੈ ਮੱਥੇ ਵਿੱਚ ਬੈਠੀ ਮੱਤ ਉੱਪਰ, ਮਸਤਕ ਦੇ ਵਿੱਚ ਗੁਰੂ ਦੀ ਮੱਤ ਨੂੰ ਟਿਕਾਉਂਦਾ ਹੈ। ਤੇ ਜਿਹਦੇ ਅੰਦਰ ਗੁਰੂ ਦੀ ਮੱਤ ਟਿਕ ਜਾਂਦੀ ਹੈ, ਉਹ ਬਹੁਤ ਉੱਚਿਆਂ ਭਾਗਾਂ ਵਾਲਾ, ਬੜੀ ਵੱਡੀ ਕਿਸਮਤ ਵਾਲਾ ਬਣ ਜਾਂਦਾ ਹੈ। ਕਾਰਜ ਸਭ ਸਵਾਰੀ ਹੈ, ਗੁਰ ਕੀ ਚਰਣੀ ਲਾਗ। ਸਤਿਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੋ, ਤੋ ਸਭ ਕਹਿੰਦੇ ਕੀ ਹੋਵੇਗਾ, ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਕਾਰਜ ਸਭ ਸਵਾਰੀ ਹੈ, ਗੁਰ ਕੀ ਚਰਣੀ ਲਾਗ। ਸਤਿਗੁਰੂ ਜੀ ਦੇ ਚਰਨਾਂ ਵਿੱਚ ਟਿਕਿਆ ਰਹਿ,
ਆਪਣੇ ਆਪ ਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਸਮਰਪਣ ਕਰ ਦੇ, ਗੁਰੂ ਦੇ ਹੁਕਮ ਦੇ ਵਿੱਚ ਤੁਰ, ਤੇਰੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੋ ਜਾਣਗੇ, ਕਿਉਂਕਿ ਸਮਝ ਆ ਜਾਵੇਗੀ ਕਿ ਮੈਂ ਕਿਹਨਾਂ ਕਾਰਜਾਂ ਵਾਸਤੇ ਜੀਵਨ ਦੇ ਵਿੱਚ ਆਇਆ, ਇਸ ਸੰਸਾਰ ਦੇ ਵਿੱਚ ਆਇਆ। ਹਉਮੈ ਰੋਗ ਭਰਮ ਕੱਟੀਐ, ਨਾ ਆਵੈ ਨਾ ਜਾਗ। ਕਹਿੰਦੇ ਫਿਰ ਜਿਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਪੈਂਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਤੁਰ ਪੈਂਦਾ ਹੈ, ਗੁਰੂ ਜੀ ਦੀ ਸ਼ਰਨ ਵਿੱਚ ਰਹਿੰਦਾ ਹੈ, ਉਹਦੇ ਵਿੱਚੋਂ ਮੈਂ ਮੇਰੀ ਦਾ ਰੋਗ ਕੱਟਿਆ ਜਾਂਦਾ ਹੈ। ਉਸ ਦੇ ਜੀਵਨ ਦੇ ਵਿੱਚੋਂ ਭਟਕਣਾ ਮੁੱਕ ਜਾਂਦੀ ਹੈ, ਤੇ ਨਾ ਫਿਰ ਉਹ ਮੁੜ ਜੰਮਦਾ ਹੈ, ਨਾ ਮਰਦਾ ਹੈ। ਭਾਵ ਉਹ ਵਿਕਾਰਾਂ ਵਿੱਚ ਨਾ ਜਨਮ ਲੈਂਦਾ ਹੈ, ਨਾ ਵਿਕਾਰਾਂ ਦੇ ਵਿੱਚ ਉਹਦੀ ਮੌਤ ਹੁੰਦੀ ਹੈ। ਉਹ ਆਤਮਿਕ ਜੀਵਨ ਤੇ ਚੜ੍ਹਦੀ ਕਲਾ ਦੇ ਵਿੱਚ ਉਹਦਾ ਜੀਵਨ ਆ ਜਾਂਦਾ ਹੈ। ਭਟਕਣਾਵਾਂ ਮਿਟ ਜਾਂਦੀਆਂ ਨੇ, ਹਉਮੈ ਮੈਂ ਮੇਰੀ ਦਾ ਰੋਗ ਖਤਮ ਹੋ ਜਾਂਦਾ ਹੈ। ਕਰ ਸੰਗਤ ਤੂੰ ਸਾਧ ਕੀ, 68 ਤੀਰਥ ਨਾਉ। ਸਭ ਕਹਿੰਦੇ ਨਿਤ ਗੁਰੂ ਜੀ ਦੀ ਹੀ ਸੰਗਤ ਕਰ। ਇੱਥੇ ਫਿਰ ਸਾਧ ਸ਼ਬਦ ਆਇਆ ਹੈ। ਸਾਧ ਸ਼ਬਦ ਆ ਗੁਰੂ ਜੀ ਦੀ ਸੰਗਤ ਕਰ, ਨਿਤ ਗੁਰੂ ਜੀ ਦੀ ਸੰਗਤ ਕਰ, ਕਿਉਂਕਿ ਸਤਿਗੁਰ ਦੀ ਸੰਗਤ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਜਿਹੜੇ ਮਨੁੱਖ ਤੀਰਥਾਂ ਦੇ ਕੰਢਿਆਂ ਤੇ, ਸਰੋਵਰਾਂ ਦੇ ਕੰਢਿਆਂ ਤੇ ਤੁਰੇ ਫਿਰਦੇ ਨੇ ਕਿ ਬਈ ਤੀਰਥ ਅਸੀਂ ਘੁੰਮਣ ਚੱਲੇ ਆ, ਤੀਰਥਾਂ ਤੇ ਚੱਲੇ ਆ, ਸਭ ਕਹਿੰਦੇ ਤੀਰਥ ਦਾ ਕੀ ਹੈ? ਤੀਰਥ ਸਤਿਗੁਰੂ ਦਾ ਨਾਮ ਆ, ਗੁਰੂ ਦਾ ਹੁਕਮ ਆ, ਗੁਰੂ ਦੀ ਮੱਤ ਆ, ਗੁਰੂ ਦਾ ਉਪਦੇਸ਼ ਆ। ਕਹਿੰਦੇ ਤੂੰ ਰੋਜ਼ਾਨਾ ਸਤਿਗੁਰੂ ਦੀ ਮੱਤ ਤੇ ਤੁਰ, ਗੁਰੂ ਜੀ ਦੀ ਸੰਗਤ ਕਰ, ਤੇ ਸਮਝ ਲੈ ਕਿ ਤੂੰ 68 ਤੀਰਥਾਂ ਦਾ ਇਸ਼ਨਾਨ ਕਰਨ ਦੇ ਬਰਾਬਰ ਮਹਾਤਮ ਖੱਟ ਲਿਆ। ਜੀਉ ਪ੍ਰਾਣ ਮਨ ਤਨ ਹਰੇ, ਸਾਚਾ ਇਹ ਸੁਭਾਉ। ਗੁਰੂ ਜੀ ਦੀ ਸ਼ਰਨ ਵਿੱਚ ਰਿਆਂ, ਗੁਰੂ ਜੀ ਦੀ ਮੱਤ ਤੇ ਤੁਰਿਆਂ, ਗੁਰੂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਵਸਾਇਆ, ਇਹ ਸਮਝ ਪੈ ਜਾਂਦੀ ਹੈ ਆ ਜਿਹੜਾ ਪ੍ਰਾਣ ਆ ਨਾ, ਇਹ ਜਿੰਦ ਆ ਜਿਹੜੀ ਸਰੀਰ ਵਿੱਚ ਚੱਲ ਰਹੀ ਹੈ, ਇਹ ਮਨ ਆ, ਇਹ ਸਰੀਰ ਆ, ਸਭ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ। ਸਮਝ ਆ ਜਾਂਦੀ ਹੈ ਕਿ ਜੀਵਨ ਨੂੰ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਹੈ। ਜੀਉ ਪ੍ਰਾਣ ਮਨ ਤਨ ਹਰੇ। ਹਰੇ ਦਾ ਅਰਥ ਹੈ ਆਤਮਿਕ ਜੀਵਨ ਵਾਲੇ। ਫਿਰ ਮਨੁੱਖ ਦੀ ਆਤਮਾ, ਮਨੁੱਖ ਦੀ ਸੋਚ, ਮਨੁੱਖ ਦਾ ਮਨ, ਮਨੁੱਖ ਦੀ ਸਮਝ ਉੱਚੇ ਆਤਮਿਕ ਜੀਵਨ ਵਾਲੀ ਬਣ ਜਾਂਦੀ ਹੈ। ਸੱਚਾ ਇਹ ਸੁਭਾਅ, ਫਿਰ ਉਹਦੇ ਮਨੁੱਖਾ ਜੀਵਨ ਦਾ ਅਸਲੀ ਮਨੋਰਥ ਸੱਚ ਦੇ ਉੱਤੇ ਤੁਰਨਾ, ਸੱਚ ਨੂੰ ਜੀਵਨ ਵਿੱਚ ਵਸਾਉਣਾ ਤੇ ਗੁਰੂ ਦੀ ਮੱਤ ਨੂੰ ਅਪਣਾਉਣਾ, ਫਿਰ ਇਹੀ ਬਣ ਜਾਂਦਾ ਹੈ। ਇੱਥੇ ਮਿਲੇ ਵਡਿਆਈਆਂ, ਦਰਗਾਹ ਭਾਵੈ ਥਾਉ। ਫਿਰ ਹਰ ਮਨੁੱਖ ਨੂੰ ਜੋ ਗੁਰੂ ਦੀ ਮੱਤ ਤੇ ਤੁਰਦਾ ਹੈ, ਜਿਹੜਾ ਸਿੱਖ, ਫਿਰ ਉਹਦੇ ਜਦੋਂ ਉਹ ਚੰਗੇ ਕਰਮਾਂ ਤੇ ਚੱਲਦਾ ਹੈ, ਚੰਗੇ ਕੰਮ ਕਰਦਾ ਹੈ, ਭਲਾ ਕਰਦਾ ਹੈ, ਮਾਨਵਤਾ ਦਾ ਸੱਚ ਬੋਲਦਾ ਹੈ, ਤੇ ਦੁਨੀਆ ਦੇ ਵਿੱਚ ਉਹਦੀ ਵਡਿਆਈ ਹੁੰਦੀ ਹੈ। ਇੱਥੇ ਵਡਿਆਈਆਂ ਮਿਲਦੀਆਂ ਨੇ, ਪਰਿਵਾਰਿਕ ਜੀਵਨ ਵੀ ਉੱਚਾ ਹੋ ਜਾਂਦਾ ਹੈ। ਦਰਗਾਹ ਭਾਵੇਂ ਥਾਉ, ਤੇ ਪ੍ਰਮਾਤਮਾ ਜੀ ਦੇ ਘਰ ਦੇ ਵਿੱਚ ਵੀ ਉਹਨੂੰ ਆਦਰ ਸਤਿਕਾਰ ਮਿਲਦਾ ਹੈ। ਫਿਰ ਉਹਨੂੰ ਸਮਝ ਪੈ ਜਾਂਦੀ ਹੈ, ਕਰੇ ਕਰਾਏ ਆਪ ਪ੍ਰਭ, ਸਭ ਕਿਛ ਤਿਸੀ ਹਾਥ। ਉਹਨੂੰ ਸਮਝ ਪੈ ਜਾਂਦੀ ਹੈ ਮੈਂ ਤੇ ਕੁਝ ਵੀ ਨਹੀਂ ਸੀ ਕਰਨ ਵਾਲਾ, ਮੈਨੂੰ ਤੇ ਕੁਝ ਵੀ ਨਹੀਂ ਸੀ ਆਉਂਦਾ, ਮੈਂ ਤੇ ਉਹੀ ਸਾਂ ਜਿਹੜਾ ਕੱਲ੍ਹ ਤੱਕ ਰੁਲਦਾ ਫਿਰਦਾ ਸੀ, ਭਟਕਦਾ ਸੀ, ਹਮੇਸ਼ਾ ਵਿਕਾਰਾਂ ਦੀ ਜ਼ਿੰਦਗੀ ਜਿਉਂਦਾ ਸੀ। ਇਹ ਮੈਂ ਕੁਝ ਨਹੀਂ ਕੀਤਾ। ਜੇ ਮੈਂ ਆਖਾਂ ਕਿ ਮੈਂ ਆਪਣੀ ਸੋਚ, ਆਪਣੀ ਸਿਆਣਪ ਦੇ ਨਾਲ ਗੁਰੂ ਜੀ ਦੇ ਨੇੜੇ ਹੋਇਆ ਵਾਂ, ਤੇ ਨਹੀਂ, ਮੈਨੂੰ ਨਹੀਂ ਲੱਗਦਾ। ਮੈਨੂੰ ਤੇ ਇੰਝ ਲੱਗਦਾ ਹੈ ਕਰੇ ਕਰਾਏ ਆਪ ਰੱਬ, ਇਹ ਪਰਿਪੂਰਨ ਪਰਮਾਤਮਾ ਨੇ ਆਪ ਹੀ ਮੇਰੇ ਵਰਗੇ ਨੀਚ ਤੇ ਕਿਰਪਾ ਕੀਤੀ ਹੈ। ਉਹ ਤਰੁੱਠਿਆ ਹੈ, ਪਤਾ ਨਹੀਂ ਕੀ ਮੈਂ ਜ਼ਿੰਦਗੀ ਦੇ ਵਿੱਚ ਕੋਈ ਕੰਮ ਚੰਗੇ ਕੀਤੇ ਨੇ ਕਿ ਨਿਰੰਕਾਰ ਦੀ ਖੁਸ਼ੀ ਮਿਲੀ ਹੈ ਕਿ ਉਹਨੇ ਮੈਨੂੰ ਆਪਣੀ ਗੁਰਮਤ, ਆਪਣੀ ਗੁਰਬਾਣੀ ਨਾਲ ਜੋੜ ਰਿਹਾ ਹੈ, ਆਪਣੇ ਉਪਦੇਸ਼ ਮੇਰੇ ਜੀਵਨ ਦੇ ਵਿੱਚ ਟਿਕਾ ਦਿੱਤੇ ਨੇ। ਇਹ ਉਹਦੀ ਕਿਰਪਾ ਬਣੀ ਹੈ, ਮੈਂ ਕੁਝ ਵੀ ਨਹੀਂ ਸਾਂ। ਪ੍ਰਭ ਸਭ ਕੁਝ ਤਿਸੀ ਹਾਥ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ, ਭਾਵੇਂ ਉਹ ਗੁਣਾਂ ਦੀ ਦਾਤ ਆ, ਭਾਵੇਂ ਸ਼ੁਭ ਗੁਣਾਂ ਦੀ ਦਾਤ ਆ, ਚੰਗੇ ਬਚਨਾਂ ਦੀ ਦਾਤ ਆ, ਇਹ ਸਾਰੇ ਦੀਆਂ ਸਾਰੀਆਂ ਦਾਤਾਂ ਦਾ ਮਾਲਕ ਕੇਵਲ ਤਾਂ ਕੇਵਲ ਪਰਮਾਤਮਾ ਹੈ। ਸਭ ਕੁਝ ਉਹਦੇ ਹੱਥ ਆ। ਹੇ ਪਰਮਾਤਮਾ ਜੀ, ਫਿਰ ਮੈਂ ਸਮਝਦਾ ਕਿ ਜੇ ਮੇਰਾ ਜੀਵਨ ਚੰਗਿਆਈ ਦੇ ਰਸਤੇ ਤੇ ਤੁਰ ਰਿਹਾ ਹੈ ਨਾ, ਇਹ ਤੁਹਾਡੀ ਕਿਰਪਾ ਬਣੀ ਹੈ। ਮੈਂ ਕਾਹਦਾ ਮਾਣ ਕਰਾਂ, ਮੈਂ ਤੇ ਕੱਲ ਵੀ ਨੀਚ ਸਾਂ
ਅੱਜ ਵੀ ਮੇਰੇ ਸੁਭਾਅ ਦੇ ਵਿੱਚ ਇਹੀ ਹੈ। ਪਰ ਜੇ ਕਿਤੇ ਕੋਈ ਸੋਭਾ, ਮਾਨ, ਵਡਿਆਈ, ਕੋਈ ਸਤਿਕਾਰ ਹੈ, ਉਹ ਤੇਰੇ ਨਾਮ ਦਾ ਹੈ, ਤੇਰੀ ਬਾਣੀ ਦਾ ਹੈ, ਤੇਰੇ ਸਿਧਾਂਤ ਦਾ ਹੈ, ਤੇਰੇ ਹੁਕਮ ਦਾ ਹੈ। ਇਹ ਸਭ ਕੁਝ ਤੇਰੇ ਹੱਥ ਆ। ਤੂੰ ਹੀ ਦਾਤਾਂ ਦੇਣ ਵਾਲਾ ਹੈ, ਤੂੰ ਹੀ ਸਭ ਕੁਝ ਜੀਵਨ ਦਾਨ ਦੇਣ ਵਾਲਾ ਹੈ। ਇਹ ਤੂੰ ਹੀ ਕਿਰਪਾ ਕੀਤੀ ਹੈ। ਇਹ ਸਮਝ ਪੈ ਗਈ ਹੈ, ਮਾਰ ਆਪੇ ਜੀ ਵਾਲਦਾ, ਅੰਤਰ ਬਾਹਰ ਸਾਧ। ਪ੍ਰਭੂ ਆਪ ਹੀ ਹੈ ਜੋ ਜ਼ਿੰਦਗੀ ਦੇਣ ਵਾਲਾ ਹੈ, ਆਪ ਹੀ ਹੈ ਜੋ ਮੌਤ ਦਿੰਦਾ ਹੈ। ਹੇ ਪਰਿਪੂਰਨ ਪ੍ਰਮਾਤਮਾ ਜੀ, ਤੂੰ ਹਰ ਵਕਤ ਮੇਰੇ ਨਾਲ ਆ, ਮੇਰੇ ਅੰਗ ਸੰਗਿਆ। ਮਾਰਨ ਵਾਲਾ ਵੀ ਤੂੰ ਹੈ, ਜਿਵਾਲਣ ਵਾਲਾ ਵੀ ਤੂੰ ਹੈ। ਤੂੰ ਹੀ ਜਿੰਦਾ ਦਿਲੀ ਵਿੱਚ ਜੀਵ ਦਵੇਂ, ਆਤਮਿਕ ਤੌਰ ਤੇ ਮਨੁੱਖ ਦੇ ਜੀਵਨ ਨੂੰ ਉੱਚਾ ਕਰ ਦਵੇਂ। ਇਹ ਤੇਰੀ ਰਹਿਮਤ ਆ, ਤੇਰੀਆਂ ਹੀ ਅਸੀਸਾਂ ਨੇ, ਤੇਰੀਆਂ ਹੀ ਬਖਸ਼ਿਸ਼ਾਂ ਨੇ, ਕਿਉਂਕਿ ਤੂੰ ਹਰ ਵਕਤ ਮੇਰੇ ਨਾਲ ਰਹਿਣਾ ਹੈ, ਮੇਰੇ ਅੰਗ ਸੰਗ ਰਹਿਣਾ ਹੈ। ਨਾਨਕ ਪ੍ਰਭ ਸ਼ਰਨਾਗਤੀ, ਸਰਬ ਕਟਾ ਕੇ ਨਾਥ। ਹੇ ਨਾਨਕ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਸਭ ਜੀਵਾਂ ਦਾ ਜੋ ਖਸਮ ਪ੍ਰਮਾਤਮਾ ਵਾਹਿਗੁਰੂ ਆ ਨਾ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੇ ਕਿਰਪਾ ਕਰ ਮੈਨੂੰ ਆਪਣੇ ਨਾਮ ਦੀ ਸਮਝ ਬਖਸ਼। ਮੇਰੇ ਜੀਵਨ ਦੇ ਵਿੱਚ ਸੱਚ ਟਿਕਾ, ਸੱਚ ਦਾ ਜੀਵਨ ਮੈਨੂੰ ਦੇ, ਤਾਂ ਕਿ ਮੈਂ ਸੱਚ ਦੀ ਜ਼ਿੰਦਗੀ ਜੀਉ ਕੇ ਤੇਰੇ ਉੱਤੇ ਭਰੋਸਾ, ਵਿਸ਼ਵਾਸ ਅਥਾਹ ਕਰਦਿਆਂ ਤੇਰਾ ਇਕਮਿਕ ਹੋ ਜਾਵਾਂ। ਤੂੰ ਅੱਜ ਦੇ ਪਾਵਨ ਸ਼ਬਦ ਵਿੱਚ ਸਾਹਿਬ ਜੀ ਨੇ ਇਹ ਗੱਲ ਸਮਝਾਈ ਹੈ, ਆ ਛੱਡ ਦੇ ਮੈਂ ਮੇਰੀਆਂ ਕਰਨੀਆਂ। ਆ ਸਾਰੀ ਜ਼ਿੰਦਗੀ ਜਿਹੜਾ ਆਪਣੇ ਆਪ ਨੂੰ ਪ੍ਰਮੋਟ ਕਰਦਾ ਰਹਿਣਾ, ਮੇਰਾ ਘਰ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਪਤਨੀ, ਮੇਰਾ ਸਭ ਕੁਝ, ਮੇਰੀਆਂ ਗੱਡੀਆਂ, ਮੇਰਾ ਕਾਰੋਬਾਰ, ਸਭ ਕਦੇ ਛੱਡ ਦੇ। ਆ ਮੈਂ ਮੇਰੀ ਕਰਨ ਦੀ ਬਜਾਏ ਤੇਰੀ ਕਰਿਆ ਕਰ। ਹੇ ਪ੍ਰਮਾਤਮਾ ਜੀ, ਤੁਸੀਂ ਕਿਰਪਾ ਕਰਦੇ ਹੋ। ਮੈਂ ਬਾਣੀ ਪੜ੍ਹਦਾ, ਮੈਂ ਬਾਣੀ ਸੇਵਾ ਕਰਦਾ, ਮੈਂ ਕੀਰਤਨ ਕਰਦਾ, ਮੈਂ ਕਥਾ ਕਰਦਾ, ਮੈਂ ਕੀਰਤਨ ਸੁਣਦਾ। ਸਭ ਕਹਿੰਦੇ ਕੌਣ ਆ ਤੂੰ, ਕੌਣ ਆ ਤੂੰ, ਤੂੰ ਕੁਝ ਵੀ ਨਹੀਂ ਕਰਨ ਜੋਗਾ। ਅਰਦਾਸ ਕਰ ਕਿ ਗੁਣ ਜੀਵਨ ਵਿੱਚ ਆ ਜਾਣ। ਅਰਦਾਸ ਕਰ ਕਿ ਜੀਵਨ ਗੁਰਮਤਿ ਦੇ ਲੇਖੇ ਲੱਗ ਜਾਵੇ। ਅਰਦਾਸ ਕਰ ਕਿ ਜੀਵਨ ਦੇ ਵਿੱਚ ਸੱਚਾਈ ਆ ਜਾਵੇ। ਅਰਦਾਸ ਕਰ ਕਿ ਜ਼ਿੰਦਗੀ ਮਨੁੱਖਤਾ ਵਾਲੀ, ਜੀਵਨ ਦੀ ਇਨਸਾਨੀਅਤ ਵਾਲੀ ਜੀ ਕੇ ਜਾਵਾਂ, ਜਾਨਵਰਾਂ ਵਾਲੀ ਨਹੀਂ। ਇਹੀ ਬਹੁਤ ਵੱਡੀ ਗੱਲ ਹੈ ਕਿ ਜੀਵਨ ਵਿੱਚ ਇਨਸਾਨੀਅਤ ਜਾਗ ਪਵੇ। ਜਾਨਵਰਾਂ ਵਾਲੇ ਤੇ ਸਾਰੇ ਮਰੇ ਫਿਰਦੇ ਨੇ। ਸਭ ਕਹਿੰਦੇ ਮੈਂ ਤੇ ਜਿਉਂਦੇ ਉਹਨਾਂ ਨੂੰ ਮੰਨਦਾ। ਸਭ ਕਹਿੰਦੇ ਮੈਂ ਤੇ ਜਿਉਂਦੇ ਉਹਨਾਂ ਨੂੰ ਮੰਨਦਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਉਹ ਜਿਉਂਦੇ ਜਾਗਦੇ ਨੇ ਜਿਨ੍ਹਾਂ ਵਿੱਚ ਪ੍ਰਮਾਤਮਾ ਦਾ ਪਿਆਰ ਤੇ ਗੁਰੂ ਦੀ ਮੱਤ ਵਸ ਗਈ ਹੈ। ਬਾਕੀ ਕੀ ਨੇ? ਨਾਨਕ ਕਬਰ ਨਾ ਜੀਵੈ ਕੋਈ। ਬਾਕੀ ਤੇ ਮਰੇ ਹੋਈਆਂ ਮੁਰਦੇ, ਮਰੀਆਂ ਹੋਈਆਂ ਲਾਸ਼ਾਂ ਘੁੰਮ ਰਹੀਆਂ ਨੇ। ਜਿਉਂਦੇ ਹਨ ਪਰ ਮੁਰਦੇ ਨੇ, ਮੁਰਦੇ ਘੁੰਮ ਰਹੇ ਨੇ। ਜਿਨ੍ਹਾਂ ਦੇ ਜ਼ਮੀਰ ਮਰੇ ਪਏ ਨੇ, ਜਿਨ੍ਹਾਂ ਦੀਆਂ ਸੋਚਾਂ ਮਰੀਆਂ ਪਈਆਂ ਨੇ, ਜਿਨ੍ਹਾਂ ਦੇ ਅੰਦਰੋਂ ਸੱਚ ਮਰ ਚੁੱਕੇ ਹੈ। ਸਤਿਗੁਰੂ ਕਹਿੰਦੇ ਇਹ ਤੇ ਘੁੰਮਦੇ ਨੇ, ਬੱਚਿਆਂ 'ਚ ਬਹਿੰਦੇ ਨੇ, ਰੋਟੀ ਪਾਣੀ ਖਾਂਦੇ ਨੇ, ਮੌਜਾਂ ਮਾਣਦੇ ਨੇ, ਪਰ ਜਿਉਂਦੀਆਂ ਲਾਸ਼ਾਂ ਨੇ। ਨਾਨਕ ਅਵਰ ਨਾ ਜੀਵੈ ਕੋਈ, ਜੈ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੋ ਗੁਰਮਤਿ ਦੀ ਗੱਲ ਸਮਝ ਆ ਜਾਵੇ, ਗੁਰਬਾਣੀ ਨਾਲ ਜੀਵਨ ਨੂੰ ਤੋਰ ਲਈਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਕਰ ਪ੍ਰਭ ਆਪੇ ਮੇਲੇ। ਭੁੱਲ ਗਲਤੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।